हाँ जी प्यारे विद्यार्थियों, ਤੁਹਾਡਾ ਗगन ट्यूशन ਕਲਾਸਿਸ ਦੇ ਵਿੱਚ ਸਵਾਗਤ ਹੈ। ਅੱਜ ਆਪਾਂ ਜਿਹੜਾ ਕਿ 8th ਕਲਾਸ ਦਾ ਸੋਸ਼ਲ ਸਾਇੰਸ ਦਾ ਚੈਪਟਰ 22 ਹੈ ਕੌਨਸਟੀਟਿਊਸ਼ਨ ਐਂਡ ਲੋ, ਉਹ ਆਪਾਂ ਅੱਜ ਯਾਦ ਕਰਾਂਗੇ। ਠੀਕ ਹੈ, ਮੈਂ ਇਹ ਸਾਰਾ ਜਿਹੜਾ ਲੈਸਨ ਦੇ ਜਿਹੜੇ ਕੁਐਸਚਨਸ ਨੇ, ਫਿਲਪਸ ਨੇ, ਇਹ ਸਾਰੇ ਮੈਂ ਤੁਹਾਨੂੰ ਸਮਝਾ ਦਾਂਗੀ। ਉਸ ਤੋਂ ਬਾਅਦ ਤੁਸੀਂ ਖੁਦ ਇਹਨੂੰ ਜਿਹੜਾ ਇੱਕ ਵਾਰੀ ਵੀ ਰਿਵਾਈਜ਼ ਕਰਕੇ ਇਹਨੂੰ ਆਪਣੇ ਕਲਾਸ ਟੀਚਰਸ ਨੂੰ ਜਾਂ ਖੁਦ ਲਿਖ ਕੇ ਦੇਖਣਾ, ਤਾਂ ਕਿ ਤੁਹਾਨੂੰ ਜਿਹੜੇ ਐਗਜ਼ਾਮ ਟਾਈਮ ਤੱਕ ਇਹ ਜਿਹੜਾ ਚੈਪਟਰ ਹੈ ਬਿਲਕੁਲ ਰਿਵਾਈਜ਼ ਹੋ ਜਾਵੇ। ਚਲੋ ਬਿਨਾਂ ਦੇਰੀ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਬੱਚੇ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ, ਜਿਹੜੀ ਇਹ PDF ਹੈ ਨਾ, ਇਹ ਮੈਂ ਪੰਜਾਬ ਐਜੂਕੇਟਰ ਐਪ ਹੈ ਜਿਹੜਾ ਤੁਹਾਡਾ ਕਿ ਹੈ ਨਾ, ਉਹ ਤੋਂ ਲਿੱਤੀ ਹੈ। ਉਹ ਜਿਹੜਾ ਐਪ 'ਤੇ ਜਿਹੜੇ ਵੀ ਇਹ ਫਿਲਪਸ ਨੇ, ਕੁਐਸਚਨਸ ਨੇ ਪ੍ਰਪੇਅਰ ਕੀਤੇ ਹੋਏ ਨੇ ਟੀਚਰਸ ਦੁਆਰਾ, ਉਹੀ ਮੈਂ ਤੁਹਾਨੂੰ ਰਿਵਾਈਜ਼ ਕਰਵਾ ਰਹੀ ਹਾਂ। ਠੀਕ ਹੈ, ਚਲੋ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਹੈਗੇ ਆ ਫਿਲ ਇਨ ਦਾ ਬਲੈਂਕਸ। ਨੰਬਰ 1 'ਤੇ ਜਿਹੜੀ ਹੈਗੀ ਆ ਉਹ ਹੈਗੇ ਆ The Constitution of India was implemented on Jan 26, 1950। ਪਹਿਲੀ ਫਿਲਮ ਬਲੈਂਕ ਹੈਗੀ ਕਿ ਜਿਹੜਾ ਆਪਣਾ ਕੌਨਸਟੀਟਿਊਸ਼ਨ ਹੈ ਉਹ ਕਦੋਂ ਲਾਗੂ ਹੋਇਆ ਸੀਗਾ। ਕਦੋਂ ਲਾਗੂ ਹੋਇਆ ਸੀਗਾ? 26 ਜਨਵਰੀ, ਯਾਨੀ ਕਿ 26 ਜਨਵਰੀ 1950 ਨੂੰ ਲਾਗੂ ਹੋਇਆ ਸੀਗਾ, ਇੰਪਲੀਮੈਂਟ ਹੋਇਆ ਸੀਗਾ। ਨੰਬਰ 2, ਡੈਸ਼ ਵਾਜ਼ ਦਾ ਫਸਟ ਪ੍ਰੈਜ਼ੀਡੈਂਟ ਆਫ ਇੰਡੀਆ। ਆਪਣੇ ਜਿਹੜੇ ਇੰਡੀਆ ਦੇ ਸਭ ਤੋਂ ਜਿਹੜੇ ਪਹਿਲੇ ਪ੍ਰੈਜ਼ੀਡੈਂਟਸ ਕੌਣ ਸੀਗੇ? ਡਾਕਟਰ ਰਾਜਿੰਦਰ ਪ੍ਰਸਾਦ। ਕੌਣ ਸੀਗੇ? ਡਾਕਟਰ ਰਾਜਿੰਦਰ ਪ੍ਰਸਾਦ। ਕੌਣ ਸੀਗੇ ਆਪਣੇ ਫਸਟ ਪ੍ਰੈਜ਼ੀਡੈਂਟ? ਡਾਕਟਰ ਰਾਜਿੰਦਰ ਪ੍ਰਸਾਦ। ਨੰਬਰ 3, the law against dowry was enacted in 1961। ਡੌਰੀ ਕੀ ਹੁੰਦਾ ਹੈ? ਦਹੇਜ। ਕੋਈ ਵੀ ਜਿਹੜੇ ਆਪਣੀ ਬੇਟੀ ਨੂੰ ਦਹੇਜ ਦਿੰਦੇ ਸੀਗੇ, ਉਹ ਜਿਹੜਾ ਇੱਕ ਕਾਨੂੰਨ ਬਣ ਗਿਆ ਸੀਗਾ ਕਿ ਦਹੇਜ ਦੇਣਾ ਜਿਹੜਾ ਹੈ ਕਾਨੂੰਨੀ ਅਪਰਾਧ ਹੈ। ਇਹ ਕਦੋਂ ਲਾਗੂ ਹੋਇਆ ਸੀਗਾ? 1961 ਦੇ ਵਿੱਚ। ਨੰਬਰ 4, ਦਾ ਕੌਨਸਟੀਟਿਊਸ਼ਨ ਆਫ ਇੰਡੀਆ ਵਾਜ਼ ਪ੍ਰਪੇਅਰਡ ਇਨ। ਜਿਹੜਾ ਆਪਣਾ ਕੌਨਸਟੀਟਿਊਸ਼ਨ ਹੈ ਨਾ ਇੰਡੀਆ ਦਾ, ਉਹਨੂੰ ਪ੍ਰਪੇਅਰ ਹੋਣ ਲਈ ਕਿੰਨਾ ਸਮਾਂ ਲੱਗਿਆ? ਪ੍ਰਪੇਅਰਡ ਇਨ 2 years 11 month and 18 days। ਕਿੰਨੇ ਈਅਰ ਲੱਗੇ ਸੀਗੇ? 2 year ਲੱਗੇ ਸੀਗੇ। ਮੰਥ ਕਿੰਨੇ ਲੱਗੇ ਸੀਗੇ? 11 ਐਂਡ ਡੇਜ਼ ਕਿੰਨੇ ਲੱਗੇ ਸੀਗੇ? 18। 5 ਨੰਬਰ 'ਤੇ ਫਿਲ ਇਨ ਦਾ ਬਲੈਂਕਸ ਹੈਗੀ ਆ the main cause of foeticide is a dash custom। ਸਭ ਤੋਂ ਜਿਹੜੀ ਉਹ ਹੈ ਬੁਰਾਈ ਕਿਹੜੀ ਸੀਗੀ? ਡੌਰੀ ਕਸਟਮ ਸੀਗਾ ਜਿਹੜਾ, ਉਹ ਬਹੁਤ ਹੀ ਸਮਾਜ ਦੇ ਵਿੱਚ ਕੁੜੀਆਂ ਦੀ ਜਿਹੜੀ ਕੁੜੀ ਨੂੰ ਮਾਰ ਦਿੱਤਾ ਜਾਂਦਾ ਸੀਗਾ ਨਾ। ਕਿਹੜੇ ਕਾਰਨ ਕਰਕੇ ਮਾਰਿਆ ਜਾਂਦਾ ਸੀਗਾ? ਜੰਮਦੇ ਹੀ। ਡੌਰੀ ਕਸਟਮ, ਜਿਹੜੀ ਡੌਰੀ ਆ ਵੀ ਦਹੇਜ ਦੇਣਾ ਪੈਂਦਾ ਸੀਗਾ, ਉਹਦੇ ਕਾਰਨ ਮਾਰਿਆ ਜਾਂਦਾ ਸੀਗਾ। ਫੋਰਟੀਸਾਈਡ ਦਾ ਮੇਨ ਰੀਜ਼ਨ ਕਿਹੜਾ ਸੀਗਾ? ਡੌਰੀ ਸਿਸਟਮ। ਕਿਉਂਕਿ ਕੁੜੀਆਂ ਨੂੰ ਜਿਹੜਾ ਆ ਮਾਪਿਆਂ ਨੂੰ, ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਵਿਆਹ 'ਤੇ ਕਾਫੀ ਭਾਰੀ ਮਾਤਰਾ 'ਚ ਦਹੇਜ ਦੇਣਾ ਪੈਂਦਾ ਸੀਗਾ। ਇਸ ਕਰਕੇ ਉਹ ਕੁੜੀਆਂ ਨੂੰ ਜਾਂ ਤਾਂ ਬਰਥ ਤੋਂ ਬਾਅਦ ਮਾਰ ਦਿੰਦੇ ਸੀਗੇ ਜਾਂ ਉਹਨਾਂ ਨੂੰ ਬਰਥ ਤੋਂ ਪਹਿਲਾਂ ਹੀ ਮਾਰ ਦਿੰਦੇ ਸੀਗੇ। ਠੀਕ ਹੈ, ਉਸ ਤੋਂ ਬਾਅਦ ਅੱਗੇ ਆਪਣਾ ਰਾਈਟ ਐਂਡ ਕ੍ਰੋਸ ਹੈ ਜਿਹੜਾ। ਨੰਬਰ 1 'ਤੇ ਹੈਗਾ ਗਾਂਧੀ ਜੀ ਬ੍ਰੋਕ ਦਾ ਸਾਲਟ ਲੋ ਐਟ ਡਾਂਡੀ। ਕਿੱਥੇ? ਜਿਹੜਾ ਗਾਂਧੀ ਜੀ ਨੇ ਜਿਹੜਾ ਸਾਲਟ ਲੋ ਹੈ ਉਹਦੀ ਉਲੰਘਣਾ ਕਿੱਥੇ ਤੋੜਿਆ ਸੀਗਾ? ਉਹ ਡਾਂਡੀ ਦੇ ਵਿੱਚ। ਇਹ ਬਿਲਕੁਲ ਸਹੀ ਹੈ। ਨੰਬਰ 2 ਹੈ ਦਾ ਜੁਡੀਸ਼ਰੀ ਡਜ਼ ਨੋਟ ਪ੍ਰੋਟੈਕਟ ਦਾ ਕੌਨਸਟੀਟਿਊਸ਼ਨ। ਕਿ ਆ ਜਿਹੜੀ ਜੁਡੀਸ਼ਰੀ ਹੈ ਆਪਣੀ, ਹੈ ਨਾ, ਸੁਪਰੀਮ ਕੋਰਟ, ਹਾਈ ਕੋਰਟ ਹੈ ਜਿਹੜੇ, ਉਹ ਆਪਣੀ ਕੌਨਸਟੀਟਿਊਸ਼ਨ ਨੂੰ ਪ੍ਰੋਟੈਕਟ ਨਹੀਂ ਕਰਦੇ। ਬਿਲਕੁਲ ਗਲਤ ਜਵਾਬ। ਕਿਉਂਕਿ ਜਿਹੜੇ ਆਪਣੀ ਕੌਨਸਟੀਟਿਊਸ਼ਨ ਦੇ ਪ੍ਰੋਟੈਕਟਰ ਹੈ ਉਹ ਜੁਡੀਸ਼ਰੀ ਹੈ ਨਾ, ਕਿ ਹਾਂ ਆਪਣੇ ਦੇਸ਼ ਦਾ ਕੋਈ ਵੀ ਕਾਨੂੰਨ ਹੈ ਉਹ ਕੌਨਸਟੀਟਿਊਸ਼ਨ ਦੇ ਅਕੋਰਡਿੰਗ ਬਣੇ। ਇਹੀ ਸਾਰੀ ਗੱਲਾਂ ਦਾ ਧਿਆਨ ਕੌਣ ਰੱਖਦਾ ਹੈ? ਜੁਡੀਸ਼ਰੀ ਰੱਖਦੀ ਹੈ। ਅਤੇ ਇਹਨਾਂ ਨੇ ਕੀ ਸਟੇਟਮੈਂਟ ਦਿੱਤੀ ਹੋਈ ਹੈ? ਕਹਿੰਦੇ ਦਾ ਜੁਡੀਸ਼ਰੀ ਡਜ਼ ਨੋਟ ਪ੍ਰੋਟੈਕਟ ਦਾ ਕੌਨਸਟੀਟਿਊਸ਼ਨ। ਇਹ ਬਿਲਕੁਲ ਗਲਤ ਹੋ ਜਾਂਦਾ ਆ। ਨੰਬਰ 3 'ਤੇ ਕੀ ਹੈ? ਦਾ ਰੂਲ ਆਫ ਲੋ ਰਨਸ ਥਰੂ ਇੰਡੀਆ। ਜਿਹੜੇ ਰੂਲ ਆਫ ਲੋ ਹੈ ਕਿ ਇਹ ਇੰਡੀਆ ਦੇ ਥਰੂ ਇੰਡੀਆ 'ਚ ਚੱਲਦੇ ਨੇ। ਬਿਲਕੁਲ ਠੀਕ ਆ ਗਿਆ। ਟੂ ਅਪੋਜ਼ ਬੈਡ ਲੋਜ਼ ਇਜ਼ ਦਾ ਫਿਊਚਰ ਆਫ ਡੈਮੋਕਰੇਸੀ। ਟੂ ਅਪੋਜ਼ ਬੈਡ ਲੋ, ਅਗਰ ਆਪਾਂ ਜਦੋਂ
ਕਿਸ ਕੋਈ ਵੀ ਅਗਰ ਗਲਤ ਕਾਨੂੰਨ ਬਣ ਜਾਂਦਾ ਆ ਟੂ ਅਪੋਜ਼ ਬੈਡ ਲੋਜ਼ ਇਜ਼ ਦਾ ਫੀਚਰ ਆਫ ਡੈਮੋਕ੍ਰੇਸੀ। ਜਿਹੜੀ ਡੈਮੋਕ੍ਰੇਸੀ ਦਾ ਇਹ ਕੀ ਹੈ ਫੀਚਰ ਆ। ਕੋਈ ਵੀ ਅਗਰ ਦੇਸ਼ 'ਚ ਕੋਈ ਕਾਨੂੰਨ ਬਣਦਾ ਆ ਤਾਂ ਆਪਾਂ ਅੰਦੋਲਨ ਕਰਨ ਲੱਗ ਜਾਂਦੇ ਹਾਂ ਨਾ, ਧਰਨੇ 'ਤੇ ਬੈਠ ਜਾਂਦੇ ਹਾਂ। ਅਤੇ ਇਹ ਕੀ ਹੈ ਆਪਣੀ ਡੈਮੋਕ੍ਰੇਸੀ ਦਾ ਹੀ ਇੱਕ ਫੀਚਰ ਹੈ। ਆਪਣੇ ਦੇਸ਼ ਦੇ ਵਿੱਚ ਕੀ ਹੈ ਡੈਮੋਕ੍ਰੇਸੀ ਹੈ ਨਾ, ਕਿਉਂਕਿ ਡੈਮੋਕ੍ਰੇਸੀ ਕੀ ਹੁੰਦੀ ਹੈ ਲੋਕਾਂ ਦੁਆਰਾ ਬਣਾਈ ਗਈ ਸਰਕਾਰ, ਜਿੱਥੇ ਲੋਕ ਆਪਣੇ ਜਿਹੜੇ ਪ੍ਰਤੀਨਿਧੀ ਨੇ ਆਪਣੀ ਜਿਹੜੀ ਗੌਰਮੈਂਟ ਹੈ ਖੁਦ ਚੁਣਦੇ ਨੇ ਇਲੈਕਸ਼ਨ ਦੇ ਥਰੂ। ਨੰਬਰ 5 'ਤੇ ਕੀ ਆ ਗਿਆ ਲੋਜ਼ ਆਰ ਆਈਡੈਂਟੀਫਾਈਡ ਰੂਲਸ। ਇਹ ਬਿਲਕੁਲ ਗਲਤ ਜਵਾਬ ਹੈ। ਅੱਗੇ ਆ ਗਿਆ ਮਲਟੀਪਲ ਚੋਇਸ ਕੁਐਸਚਨ ਜਿਹੜੇ MCQ ਹੁੰਦੇ ਨੇ ਤੁਹਾਡੇ। ਮਲਟੀਪਲ ਚੋਇਸ ਕੁਐਸਚਨ ਸਭ ਤੋਂ ਪਹਿਲਾਂ ਹੈਗਾ ਵੈਨ ਵਾਜ਼ ਦਾ ਇੰਡੀਅਨ ਕੌਨਸਟੀਟਿਊਸ਼ਨ ਇੰਪਲੀਮੈਂਟਡ। ਇਹ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ 26 ਜਨ 1950। ਨੰਬਰ 2 'ਤੇ ਹੈਗਾ ਹੂ ਵਾਜ਼ ਦਾ ਚੇਅਰਮੈਨ ਆਫ ਦਾ ਕੌਨਸਟੀਟਿਊਸ਼ਨ ਡਰਾਫਟ ਕਮੇਟੀ। ਡਰਾਫਟ ਕਮੇਟੀ ਦੇ ਚੇਅਰਮੈਨ ਕੌਣ ਸੀਗੇ? ਡਾਕਟਰ BR ਅੰਬੇਦਕਰ। ਕੌਣ ਸੀਗੇ? ਡਾਕਟਰ BR ਅੰਬੇਦਕਰ। ਡਰਾਫਟ ਕਮੇਟੀ ਦੇ ਧਿਆਨ 'ਚ ਰੱਖਣਾ ਕਿਹੜੀ ਕਮੇਟੀ 'ਤੇ ਪੁੱਛਿਆ ਆ? ਡਰਾਫਟ ਕਮੇਟੀ ਦੇ ਕੌਣ ਸੀਗੇ ਚੇਅਰਮੈਨ? ਡਾਕਟਰ BR ਅੰਬੇਦਕਰ। ਨੰਬਰ 3 ਹੂ ਇਜ਼ ਦਾ ਹਾਈਐਸਟ ਆਫ ਦਾ ਫੋਲੋਇੰਗ ਇਨ ਇੰਡੀਆ। ਇੰਡੀਆ ਦੇ ਵਿੱਚ ਸਭ ਤੋਂ ਹਾਈਐਸਟ ਕੌਣ ਹੈ? ਜੁਡੀਸ਼ਰੀ। ਕੌਣ ਹੈ? ਜੁਡੀਸ਼ਰੀ। ਹੂ ਇਜ਼ ਦਾ ਹਾਈਐਸਟ ਆਫ ਦਾ ਫੋਲੋਇੰਗ ਇਨ ਇੰਡੀਆ? ਜੁਡੀਸ਼ਰੀ। ਅੱਗੇ ਆ ਗਿਆ ਸਟੇਟ ਦਾ ਨੰਬਰ ਆਫ ਡਰਾਫਟ ਕਮੇਟੀ ਮੈਂਬਰਸ। ਡਰਾਫਟ ਕਮੇਟੀ ਦੇ ਮੈਂਬਰ ਕਿੰਨੇ ਸੀਗੇ? 7। ਕਿੰਨੇ ਸੀਗੇ? 7। ਅੱਗੇ ਆ ਗਏ ਸ਼ੋਰਟ ਕੁਐਸਚਨ ਵਟ ਡੂ ਯੂ ਮੀਨ ਬਾਏ ਕੌਨਸਟੀਟਿਊਸ਼ਨ। ਕੌਨਸਟੀਟਿਊਸ਼ਨ ਤੋਂ ਤੁਸੀਂ ਕੀ ਸਮਝਦੇ ਹੋ? ਕੌਨਸਟੀਟਿਊਸ਼ਨ ਬੱਚੇ ਇੱਕ ਲਾਅ ਬੁੱਕ ਹੈ, ਜਿਵੇਂ ਕਿ ਕੋਈ ਇੱਕ ਬੁੱਕ ਹੈ, ਠੀਕ ਹੈ, ਮੈਂ ਤੁਹਾਨੂੰ ਸਿੰਪਲ ਲੈਂਗੁਏਜ ਦੱਸਦੀ ਹਾਂ। ਇੱਕ ਬੁੱਕ ਹੈ ਜਿਹਦੇ ਵਿੱਚ ਆਪਣੇ ਦੇਸ਼ ਦੇ ਜਿਹੜੇ ਆਪਣੀ ਕੰਟਰੀ ਦੇ ਜਿਹੜੇ ਲਾਅ ਨੇ ਉਹ ਬਣਾਏ ਹੋਏ ਨੇ, ਨੰਬਰ ਵਾਈਜ਼ ਉਹਨਾਂ ਦੀ ਲਿਖੇ ਹੋਏ ਨੇ ਕਿ ਇੱਕ ਨੰਬਰ 'ਤੇ ਕਿਹੜਾ ਕਾਨੂੰਨ ਹੈ, ਕਿਹੜੇ ਕਾਨੂੰਨ ਦੇ ਅਕੋਰਡਿੰਗ ਹੈ, ਜਿਹੜੇ ਲਾਅ ਦੇ ਅਕੋਰਡਿੰਗ ਤੁਸੀਂ ਕਿਹੜਾ ਕੰਮ ਕਰਨਾ ਹੈ ਕੰਟਰੀ ਦੇ ਵਿੱਚ, ਹੈ ਨਾ। ਇੱਕ ਬੁੱਕ ਹੈ, ਲਾਅ ਬੁੱਕ ਕਹਿ ਸਕਦੇ ਹਾਂ ਆਪਾਂ, ਹੈ ਨਾ। ਕੌਨਸਟੀਟਿਊਸ਼ਨ ਇਜ਼ ਆ, ਆਪਾਂ ਡੈਫੀਨੇਸ਼ਨ ਪ੍ਰੋਪਰ ਪੜ੍ਹ ਲੈਂਦੇ ਹਾਂ। ਕੌਨਸਟੀਟਿਊਸ਼ਨ ਇਜ਼ ਆ ਲੀਗਲ ਡਾਕੂਮੈਂਟ। ਕੀ ਹੈ? ਕੌਨਸਟੀਟਿਊਸ਼ਨ ਇਜ਼ ਆ ਲੀਗਲ ਡਾਕੂਮੈਂਟ ਅਕੋਰਡਿੰਗ ਟੂ ਵਿਚ ਦਾ ਕੰਟਰੀ ਇਜ਼ ਗਵਰਨਡ। ਕੌਨਸਟੀਟਿਊਸ਼ਨ ਕੀ ਹੈ? ਇੱਕ ਲੀਗਲ ਡਾਕੂਮੈਂਟ ਹੈ ਜਿਹਦੇ ਅਕੋਰਡਿੰਗ ਕੰਟਰੀ ਦੀ ਜਿਹੜੀ ਹੈ, ਕੰਟਰੀ ਦੇ ਵਿੱਚ ਜਿਹੜਾ ਸ਼ਾਸਨ ਹੈ, ਸਰਕਾਰ ਹੈ, ਗੌਰਮੈਂਟ ਹੈ ਜਿਹੜੀ ਸ਼ਾਸਨ ਕਰਦੀ ਹੈ। ਜੋ ਵੀ ਕੌਨਸਟੀਟਿਊਸ਼ਨ 'ਚ ਲਿਖਿਆ ਹੋਏਗਾ ਉਸੇ ਦੇ ਅਕੋਰਡਿੰਗ ਜਿਹੜੀ ਸਰਕਾਰ ਹੈ ਉਹ ਦੇਸ਼ ਦੇ ਵਿੱਚ ਜਿਹੜੇ ਲਾਅ ਵਗੈਰਾ ਹੈ ਬਣਾਉਂਦੀ ਹੈ, ਠੀਕ ਹੈ। ਨੰਬਰ 2 ਦੇ ਕੁਐਸਚਨ ਹੈਗਾ ਵਾਈ ਵਾਜ਼ ਦਾ ਕੌਨਸਟੀਟਿਊਸ਼ਨ ਇੰਪਲੀਮੈਂਟਡ ਔਨ ਜਨ 26 1950। ਕਹਿੰਦੀ ਕੌਨਸਟੀਟਿਊਸ਼ਨ ਜਨ 26 1950 ਨੂੰ ਹੀ ਕਿਉਂ ਇੰਪਲੀਮੈਂਟ ਹੋਇਆ, ਠੀਕ ਹੈ। ਇੰਪਲੀਮੈਂਟਡ ਮੀਨਸ ਲਾਗੂ ਹੋਇਆ। ਆਨਸਰ ਇਹਦਾ ਆ ਜਾਏਗਾ ਬਿਫੋਰ ਇੰਡੀਪੈਂਡੈਂਸ, ਆਜ਼ਾਦੀ ਤੋਂ ਪਹਿਲਾਂ। ਜਨ 26 1930 ਵਾਜ਼ ਸੈਲੀਬ੍ਰੇਟਡ ਐਜ਼ ਅ ਇੰਡੀਪੈਂਡੈਂਸ ਡੇ। ਆਜ਼ਾਦੀ ਤੋਂ ਪਹਿਲਾਂ ਨਾ 26 ਜਨਵਰੀ 1930 ਨੂੰ ਕੀ ਆਪਾਂ ਨੇ ਸੈਲੀਬ੍ਰੇਟ ਕੀਤਾ ਸੀਗਾ? ਇੰਡੀਪੈਂਡੈਂਸ ਡੇ ਸੈਲੀਬ੍ਰੇਟ ਕੀਤਾ ਸੀਗਾ। ਫੀਲਿੰਗ ਦਾ ਇੰਪੋਰਟੈਂਸ ਆਫ ਦਿਸ ਡੇ ਦਾ ਕੌਨਸਟੀਟਿਊਸ਼ਨ ਵਾਜ਼ ਇੰਪਲੀਮੈਂਟਡ ਔਨ 26 ਜਨਵਰੀ। ਇਸੇ ਫੀਲਿੰਗ ਨੂੰ ਯਾਦ ਰੱਖਣ ਲਈ, ਇਸੀ ਫੀਲਿੰਗ ਨੂੰ ਮਹੱਤਤਾ ਦੇਣ ਲਈ, ਇੰਪੋਰਟੈਂਸ ਦੇਣ ਲਈ ਆਪਣੇ ਕੌਨਸਟੀਟਿਊਸ਼ਨ ਇੰਪਲੀਮੈਂਟ ਕੀਤਾ ਗਿਆ। ਕਦੋਂ? 26 ਜਨਵਰੀ 1950 ਨੂੰ। ਅੱਗੇ ਕੁਐਸਚਨ 3 ਆ ਗਿਆ ਰਾਈਟ ਦਾ ਵਰਡ ਮੀਨਿੰਗ ਆਫ ਲਾਅ। ਲਾਅ ਜਿਹੜਾ ਵਰਡ ਹੈ ਇਹਦਾ ਮੀਨਿੰਗ ਲਿਖਣਾ ਆਪਾਂ ਨੇ। ਕੀ ਆ ਜਾਏਗਾ? ਦਾ ਵਰਡ law is derived from the Teutonic word lag। ਟਿਊਟੋਨਿਕ ਵਰਡ ਸੀਗਾ ਲੈਗ, ਉਦੋਂ ਆਪਾਂ ਨੇ ਲਿੱਤਾ ਆ। ਵਿਚ ਮੀਨਸ ਡਿਫਿਨਾਈਟ। ਕੀ ਹੈ? ਇਹਦਾ ਮੀਨਸ ਕੀ ਹੈ? ਡਿਫਿਨਾਈਟ। ਦਸ ਵੀ ਕੈਨ ਸੇ, ਆਪਾਂ ਕਹਿ ਸਕਦੇ ਹਾਂ ਦਸ ਵੀ ਕੈਨ ਸੇ ਦੈਟ ਲਾਅ ਮੀਨਸ ਇਜ਼ ਡਿਫਿਨਾਈਟ ਰੂਲ। ਇੱਕ ਮੀਨਿੰਗ ਕਿ ਇੱਕ ਰੂਲ ਆਪਾਂ ਜਿਹੜਾ ਕਿ ਨਿਰਧਾਰਿਤ ਕਰਦੇ ਨੇ, ਰੂਲ ਨੂੰ ਡਿਫਾਈਨ ਕਰ ਦਿੰਦੇ ਹਾਂ, ਠੀਕ ਹੈ।
What is the importance of law? Law ਦੀ importance ਕੀ ਹੈ? Law is required to lead a civic life. ਇੱਕ ਸਮਾਜਿਕ ਲਾਈਫ ਲਈ ਨਾ ਚਲਾਉਣ ਲਈ ਆਪਾਂ ਨੂੰ ਲਾਅ ਦੀ ਜ਼ਰੂਰਤ ਪੈਂਦੀ ਆ। ਮੰਨ ਲਓ ਦੇਖੋ ਬੱਚਿਓ, ਅਗਰ ਆਪਾਂ ਜਿਹੜੀ ਸੁਸਾਇਟੀ 'ਚ ਰਹਿੰਦੇ ਹਾਂ ਨਾ, ਅਗਰ ਕੋਈ ਲਾਅ ਨਹੀਂ ਹੋਏਗਾ ਤਾਂ ਆਪਾਂ ਕਿਵੇਂ ਰਵਾਂਗੇ? ਜਾਨਵਰਾਂ ਦੀ ਤਰ੍ਹਾਂ ਰਵਾਂਗੇ ਨਾ। ਜਾਂ ਜਿਵੇਂ ਜਾਨਵਰਾਂ ਦੀ ਜਿਹੜੀ ਕੋਈ ਲਾਈਫ ਹੁੰਦੀ ਹੈ ਉਹਨਾਂ 'ਚ ਕੋਈ ਰੂਲ ਨਹੀਂ ਹੁੰਦਾ ਹੈ ਨਾ। ਪਰ ਆਪਾਂ ਇੱਕ ਜਿਹੜੇ ਹਿਊਮਨ ਆ, ਹਿਊਮਨਸ ਨੂੰ ਇੱਕ ਵਧੀਆ ਤਰੀਕੇ ਦੀ ਲਾਈਫ ਬਿਤਾਉਣ ਲਈ ਇੱਕ ਰੂਲਸ ਦੀ ਜਿਹੜੀ ਹੈ ਜ਼ਰੂਰਤ ਹੁੰਦੀ ਹੈ। ਅਗਰ ਆਪਣੇ ਦੇਸ਼ 'ਚ ਕੰਟਰੀ 'ਚ ਕਾਨੂੰਨ ਹੈਗਾ ਹੈ ਨਾ, ਹਾਂ ਕਿ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਹੈ ਨਾ, ਕੋਈ ਕਿਸੇ ਨੂੰ ਬੁਰਾ ਨਹੀਂ ਬੋਲ ਸਕਦਾ, ਆਪਣੇ ਦੇਸ਼ ਲਾਅ ਹੈ। ਅਗਰ ਕੋਈ ਲਾਅ ਹੀ ਨਹੀਂ ਬਣਿਆ ਹੋਏਗਾ, ਕੋਈ ਵੀ ਕਿਸੇ ਨੂੰ ਕੁਝ ਵੀ ਬੋਲੇਗਾ ਹੈ ਨਾ, ਕੋਈ ਵੀ ਕਿਸੇ ਦੀ ਪ੍ਰੋਪਰਟੀ ਨੂੰ ਖੋਵੇਗਾ। ਪਰ ਹਾਂ, ਲਾਅ ਇਸ ਲਈ ਜ਼ਰੂਰੀ ਹੈ। ਲਾਅ ਇਜ਼ ਰਿਕੁਆਇਰਡ ਟੂ ਲੀਡ ਅ ਸਿਵਿਕ ਲਾਈਫ, ਇੱਕ ਸਮਾਜਿਕ ਲਾਈਫ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਵੀ ਨੀਡ ਲਾਅ ਟੂ ਕੰਟਰੋਲ ਐਨੀ ਔਰਗਨਾਈਜੇਸ਼ਨ। ਲਾਅ ਦੇ ਥਰੂ ਹੀ ਆਪਾਂ ਇੱਕ ਕੋਈ ਵੀ ਜਿਹੜੀ ਔਰਗਨਾਈਜੇਸ਼ਨ ਹੁੰਦੀ, ਜਿਵੇਂ ਸਕੂਲ, ਹੌਸਪੀਟਲਸ ਲਈ ਵੀ ਲਾਅ ਬਣੇ ਹੋਏ ਨੇ, ਆਪਾਂ ਹਰ ਇੱਕ ਕੋਈ ਵੀ ਔਰਗਨਾਈਜੇਸ਼ਨ ਹੈ ਉਹਨੂੰ ਕੰਟਰੋਲ ਕਰ ਸਕਦੇ ਹਾਂ। ਨੰਬਰ 5 'ਤੇ ਕੁਐਸਚਨ ਹੈਗਾ, ਵਾਟ ਡੂ ਯੂ ਮੀਨ ਬਾਏ ਇੰਪਾਰਸ਼ੀਅਲ ਜੁਡੀਸ਼ਰੀ। ਇੰਪਾਰਸ਼ੀਅਲ ਜੁਡੀਸ਼ਰੀ ਤੋਂ ਤੁਸੀਂ ਕੀ ਸਮਝਦੇ ਹੋ? ਜੁਡੀਸ਼ਰੀ ਡਜ਼ ਨਾਟ ਟੇਕ ਸਾਈਡ ਆਫ ਐਨੀ ਸਪੈਸੀਫਿਕ ਪਰਸਨ। ਜੁਡੀਸ਼ਰੀ ਕੋਈ ਵੀ ਕਿਸੇ ਖਾਸ ਪਰਸਨ ਦੀ ਸਾਈਡ ਨਹੀਂ ਲੈਂਦੀ। ਆਲ ਦਾ ਸਿਟੀਜ਼ਨਸ ਆਰ ਇਕੁਅਲ ਬਿਫੋਰ ਲਾਅ। ਸਾਰੇ ਜਿਹੜੇ ਸਿਟੀਜ਼ਨਸ ਨੇ ਕੰਟਰੀ ਦੇ ਉਹ ਇਕੁਅਲ ਨੇ, ਸਮਾਨ ਨੇ ਬਿਫੋਰ ਲਾਅ। ਮੰਨ ਲਓ ਜਾਂ ਕੋਈ ਵੀ ਲਾਅ ਆ ਉਹਦੇ ਸਾਹਮਣੇ ਕੋਈ ਅਮੀਰ ਜਾਂ ਗਰੀਬ ਅਲੱਗ ਅਲੱਗ ਨਹੀਂ ਹੈਗੇ। ਕੋਈ ਵੀ ਜਿਹੜਾ ਲਾਅ ਆ ਅਮੀਰ 'ਤੇ ਵੀ ਉਹੀ ਲਾਗੂ ਹੈ ਅਤੇ ਗਰੀਬ 'ਤੇ ਵੀ ਉਹੀ ਲਾਗੂ ਹੋਏਗਾ, ਸੇਮ। ਠੀਕ ਹੈ, ਕਿਸੇ ਇੱਕ ਦੀ ਸਾਈਡ ਨਹੀਂ ਲੱਗੇ ਕਦੇ ਵੀ ਜੁਡੀਸ਼ਰੀ। ਇੰਪਾਰਸ਼ੀਅਲ ਜੁਡੀਸ਼ਰੀ ਦਾ ਮੀਨਿੰਗ ਪਤਾ ਚੱਲ ਗਿਆ ਕਿ ਇੰਪਾਰਸ਼ੀਅਲ ਜੁਡੀਸ਼ਰੀ ਕਿਸੇ ਇੱਕ ਦੀ ਸਾਈਡ ਨਹੀਂ ਲੈਂਦੀ, ਕਿਉਂਕਿ ਜਿਹੜਾ ਇਹ ਕਾਨੂੰਨ ਹੈ, ਲਾਅ ਹੈ, ਸਾਰਿਆਂ ਲਈ ਸੇਮ ਹੁੰਦਾ ਆ। ਕੁਐਸਚਨ ਨੰਬਰ 6, ਵਿਚ ਵਰ ਦਾ ਮੂਵਮੈਂਟ ਸਟਾਰਟਡ ਬਾਏ ਮਹਾਤਮਾ ਗਾਂਧੀ। ਮਹਾਤਮਾ ਗਾਂਧੀ ਨੇ ਕਿਹੜੇ ਕਿਹੜੇ ਮੂਵਮੈਂਟ ਸਟਾਰਟ ਕੀਤੇ? ਨਾਨ ਕੋਆਪਰੇਸ਼ਨ ਮੂਵਮੈਂਟ। ਨਾਨ ਕੋਆਪਰੇਸ਼ਨ ਮੂਵਮੈਂਟ ਕਦੋਂ ਸਟਾਰਟ ਕੀਤਾ? 1920 ਦੇ ਵਿੱਚ। ਸਿਵਲ ਡਿਸਓਬੀਡੀਐਂਸ ਮੂਵਮੈਂਟ ਕਦੋਂ ਸਟਾਰਟ ਕੀਤਾ? 1930 ਦੇ ਵਿੱਚ। ਅੱਗੇ ਨੰਬਰ 3 'ਤੇ ਕੁਇਟ ਇੰਡੀਆ ਮੂਵਮੈਂਟ ਸਟਾਰਟ ਕੀਤਾ 8 ਅਗਸਤ 1942 ਦੇ ਵਿੱਚ। 8 ਅਗਸਤ 1942 ਦੇ ਵਿੱਚ। ਹੁਣ ਚਲੋ ਬੱਚਿਓ ਆਪਾਂ ਆ ਜਾਂਦੇ ਹਾਂ ਅੱਗੇ ਬੜੇ ਕੁਐਸਚਨਸ 'ਤੇ, ਜਿਹੜੇ 50 ਜਾਂ 60 ਵਰਡਸ ਦੇ ਨੇ। ਵਾਟ ਡੂ ਯੂ ਮੀਨ ਬਾਏ ਸੁਪਰਮੈਸੀ ਆਫ ਦਾ ਕੌਨਸਟੀਟਿਊਸ਼ਨ। ਕਹਿੰਦੇ ਕੌਨਸਟੀਟਿਊਸ਼ਨ ਸਭ ਤੋਂ ਉੱਪਰ ਹੈ, ਇਹਦਾ ਕੀ ਮੀਨਿੰਗ ਹੈ? ਕੌਨਸਟੀਟਿਊਸ਼ਨ ਇਜ਼ ਦਾ ਸੁਪਰੀਮ ਲਾਅ ਇਨ ਇੰਡੀਆ। ਕਹਿੰਦੇ ਕੌਨਸਟੀਟਿਊਸ਼ਨ ਕੀ ਹੈ? ਇਜ਼ ਦਾ ਸੁਪਰੀਮ ਲਾਅ ਇਨ ਇੰਡੀਆ, ਸਭ ਤੋਂ ਉੱਪਰ ਹੈ। all officers of our government take an oath of the supremacy of constitution while joining their office। ਕਹਿੰਦੇ ਜਿੰਨੇ ਵੀ ਆਪਣੀ ਸਰਕਾਰ ਦੇ ਆਫਿਸਰਸ ਨੇ ਜਦੋਂ ਆਪਣੀ ਡਿਊਟੀ 'ਤੇ ਪਹਿਲਾਂ ਜਿਹੜੀ ਓਥ ਲੈਂਦੇ ਨੇ, ਉਹ ਸਭ ਤੋਂ ਪਹਿਲਾਂ ਕੌਨਸਟੀਟਿਊਸ਼ਨ ਦੇ ਸਾਹਮਣੇ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਓਥ ਲੈਂਦੇ ਨੇ ਕਿ ਉਹ ਜਿਹੜੀ ਕੌਨਸਟੀਟਿਊਸ਼ਨ ਆਪਣੇ ਕੰਟਰੀ ਦਾ ਉਹਦਾ ਜਿਹੜੀ ਕੀ ਹੈ ਉਹਦਾ ਆਦਰ ਕਰਨਗੇ, ਹੈ ਨਾ, ਉਹਦਾ ਸਤਿਕਾਰ ਕਰਨਗੇ ਅਤੇ ਜਿਹੜਾ ਕੌਨਸਟੀਟਿਊਸ਼ਨ ਆ ਉਸ ਨੂੰ ਹੀ ਸਭ ਤੋਂ ਉੱਪਰ ਮੰਨਣਗੇ। ਕੀ ਕਿਹਾ ਹੈ? ਆਲ ਆਫਿਸਰ ਆਫ ਆਵਰ ਗਵਰਨਮੈਂਟ ਟੇਕ ਐਨ ਓਥ ਆਫ ਦਾ ਸੁਪਰਮੈਸੀ ਆਫ ਕੌਨਸਟੀਟਿਊਸ਼ਨ ਵਾਈਲ ਜੁਆਇਨਿੰਗ ਦੇਅਰ ਆਫਿਸ। ਆਲ ਗਵਰਨਮੈਂਟ ਐਂਡ ਨਾਨ ਗਵਰਨਮੈਂਟ ਔਰਗਨਾਈਜੇਸ਼ਨ ਆਰ ਬੀਇੰਗ ਰਨ ਅਕੋਰਡਿੰਗ ਟੂ ਦਾ ਕੌਨਸਟੀਟਿਊਸ਼ਨ। ਜਿਹੜੀ ਵੀ ਸਾਰੀਆਂ ਸਰਕਾਰਾਂ ਅਤੇ ਜਿਹੜੀ ਹੋਰ ਵੀ ਨਾਨ ਗਵਰਨਮੈਂਟਲ ਔਰਗਨਾਈਜੇਸ਼ਨ ਨੇ, ਸਾਰੀਆਂ ਕਿਹਦੇ ਅਕੋਰਡਿੰਗ ਚੱਲਦੀਆਂ ਨੇ? ਕੌਨਸਟੀਟਿਊਸ਼ਨ ਦੇ ਅਕੋਰਡਿੰਗ ਚੱਲਦੀਆਂ ਨੇ। ਅਗਲਾ ਕੁਐਸਚਨ ਹੈਗਾ, ਹਾਊ ਵਾਜ਼ ਦਾ ਕੌਨਸਟੀਟਿਊਸ਼ਨ ਆਫ ਇੰਡੀਆ ਫੋਰਮਡ। ਇੰਡੀਆ ਨੇ ਜਿਹੜਾ ਕੌਨਸਟੀਟਿਊਸ਼ਨ ਨੂੰ ਕਿਵੇਂ ਫੋਰਮ ਕਰਿਆ? A 7-member committee was framed under the leadership of Dr. B.R. Ambedkar to form constitution। Constitution ਬਣਾਉਣ ਲਈ ਕਿੰਨੇ ਮੈਂਬਰ ਦੀ ਕਮੇਟੀ ਬਣਾਈ ਗਈ? 7 ਮੈਂਬਰ ਦੀ ਕਮੇਟੀ ਬਣਾਈ ਗਈ। ਕਿਹਦੀ ਲੀਡਰਸ਼ਿਪ ਦੇ ਅੰਡਰ? ਡਾਕਟਰ B.R. ਅੰਬੇਦਕਰ ਦੀ ਅੰਡਰ। This committee studied and borrowed
many principles from the constitution of other countries। ਇਹ ਜਿਹੜੀ ਇੱਕ ਕਮੇਟੀ ਹੈ ਨਾ ਬਹੁਤ ਸਾਰੇ ਹੋਰ ਕੰਟਰੀਜ਼ ਦੇ ਕੌਂਸਟੀਟਿਊਸ਼ਨ ਨੂੰ ਪੜ੍ਹਿਆ ਹੈ ਨਾ, ਹੋਰ ਕਾਫੀ ਕੰਟਰੀਜ਼ ਦੇ ਨੂੰ, ਅਤੇ ਜਿਹੜੀ ਵੀ ਕੰਟਰੀ ਦੀ ਉਹਨਾਂ ਨੂੰ ਗੱਲਾਂ ਵਧੀਆ ਲੱਗੀਆਂ, ਜਿਹੜੇ ਵੀ ਹੋਰ ਕੰਟਰੀ ਦੇ ਜਿਹੜੀ ਕੌਂਸਟੀਟਿਊਸ਼ਨ 'ਤੇ ਉਹਨਾਂ ਦੀ ਜਿਹੜੀ ਗੱਲਾਂ ਵਧੀਆ ਲੱਗੀਆਂ ਉਹ ਵੀ ਉਹਨਾਂ ਨੂੰ ਆਪਣੇ ਕੌਂਸਟੀਟਿਊਸ਼ਨ ਦੇ ਵਿੱਚ ਇੰਪਲੀਮੈਂਟ ਕਰਿਆ, ਐਡ ਕੀਤਾ। ਇਟ ਟੁੱਕ 2 years 11 months, ਕਿੰਨੇ ਸਾਲ ਲੱਗੇ? 2 years 11 months and 18 days to complete the constitution, to the Indian constitution। ठीक है। A 7-member committee was framed under the leadership of Dr. B.R. Ambedkar to form constitution। This committee studied and borrowed many principles from the constitution of other country। It took 2 years 11 months and 18 days to complete the Indian constitution। Next question हैगा, how has the judiciary been made impartial in India। judiciary impartial ਕਿਵੇਂ in India, ਆਪਾਂ short question 'ਚ ਵੀ ਕਰਿਆ ਸੀਗਾ ਨਾ, ਹੁਣ ਆਪਾਂ ਥੋੜ੍ਹਾ ਜਿਹੜਾ 50 or 60 words ਵੀ ਆਪਾਂ ਇਹਨੂੰ ਦੇਖ ਲੈਂਦੇ ਹਾਂ। ਮੈਨੀ ਸਟੈਪਸ ਹੈਵ ਬੀਨ ਟੇਕਨ ਟੂ ਮੇਕ ਦਾ ਜੁਡੀਸ਼ਰੀ ਇੰਡੀਪੈਂਡੈਂਟ। ਜੁਡੀਸ਼ਰੀ ਨੂੰ ਇੰਡੀਪੈਂਡੈਂਟ ਕਰਨ ਲਈ ਕਾਫੀ ਜਿਹੜੇ ਸਟੈਪ ਉਠਾਏ ਗਏ। ਮੈਨੀ ਸਟੈਪਸ ਹੈਵ ਬੀਨ ਟੇਕਨ ਟੂ ਮੇਕ ਦਾ ਜੁਡੀਸ਼ਰੀ ਇੰਡੀਪੈਂਡੈਂਟ ਐਂਡ impartial such as appointment of judges, their salaries extra। ਜਿਵੇਂ ਕਿ appointment judges, ਉਹਨਾਂ ਦੀ ਸੈਲਰੀ ਐਕਸਟਰਾ ਹੈਵ ਬੀਨ ਫਿਕਸਡ ਡਿਫਰੈਂਟਲੀ ਦੈਨ ਫਰੋਮ ਦਾ ਅਦਰ ਗਵਰਨਮੈਂਟ ਆਫੀਸ਼ੀਅਲ। ਹੋਰ ਜਿਹੜੀ ਗਵਰਨਮੈਂਟ ਆਫੀਸ਼ੀਅਲ ਆ ਉਹਨਾਂ ਤੋਂ ਜਿਹੜੀ ਜੁਡੀਸ਼ਰੀ ਦੇ ਜਿਹੜੇ ਜੱਜਸ ਵਗੈਰਾ ਹੁੰਦੇ ਆ ਉਹਨਾਂ ਦੀ ਅਪੁਆਇੰਟਮੈਂਟ, ਉਹਨਾਂ ਦੀ ਸੈਲਰੀ ਵਗੈਰਾ ਫਿਕਸ ਕੀਤੀ ਹੁੰਦੀ ਹੈ, ਉਹਨਾਂ ਤੋਂ ਅਲੱਗ ਹੁੰਦੀ ਹੈ। ਠੀਕ ਹੈ। ਵਿੱਚ ਅਗਲਾ ਕੁਐਸਚਨ ਹੈਗਾ, ਵਿਚ ਮੂਵਮੈਂਟ ਵਾਜ਼ ਸਟਾਰਟਡ ਬਾਏ ਮਹਾਤਮਾ ਗਾਂਧੀ ਅਗੇਂਸਟ ਦਾ ਬ੍ਰਿਟਿਸ਼ ਗਵਰਨਮੈਂਟ। ਮਹਾਤਮਾ ਗਾਂਧੀ ਨੇ ਬ੍ਰਿਟਿਸ਼ ਗਵਰਨਮੈਂਟ ਦੇ ਖਿਲਾਫ ਕਿਹੜੇ ਮੂਵਮੈਂਟ ਚਲਾਏ? ਗਾਂਧੀ ਸਟਾਰਟਡ ਡਿਫਰੈਂਟ ਮੂਵਮੈਂਟ ਅਗੇਂਸਟ ਦਾ ਬ੍ਰਿਟਿਸ਼ ਗਵਰਨਮੈਂਟ। ਨॉन ਕੋਆਪਰੇਸ਼ਨ ਮੂਵਮੈਂਟ 1920, ਕੁਇਟ ਇੰਡੀਆ ਮੂਵਮੈਂਟ 8 ਅਗਸਤ 1942, ਇਹ ਆਪਾਂ ਨੇ ਪਹਿਲਾਂ ਵੀ ਕੀਤਾ ਆ। ਸਿਵਲ ਡਿਸਓਬੀਡੀਐਂਸ ਮੂਵਮੈਂਟ 1930। ਠੀਕ ਹੈ। ਨੈਕਸਟ ਕੁਐਸਚਨ ਹੈਗਾ, ਵਾਟ ਇਜ਼ ਮਿੰਟ ਬਾਏ ਪ੍ਰੋਹੀਬਿਸ਼ਨ ਆਫ ਲਿਕੁਅਰ ਐਂਡ ਵਾਈ ਐਂਡ ਹਾਊ ਸ਼ੁੱਡ ਇਟ ਬੀ ਪੁੱਟ ਇਨ ਟੂ ਪ੍ਰੈਕਟਿਸ। ਕਹਿੰਦੇ ਇਹਦਾ ਮਤਲਬ ਕੀ ਹੈ ਕਿ ਹਾਂ ਜਿਹੜੀ ਲਿਕੁਅਰ ਮੀਨਸ ਸ਼ਰਾਬ 'ਤੇ ਪ੍ਰੋਹੀਬਿਸ਼ਨ ਹੈ, ਰੋਕ ਹੈ, ਐਂਡ ਵਾਈ ਕਿਉਂ, ਹਾਊ ਸ਼ੁੱਡ ਇਟ ਬੀ ਪੁੱਟ ਇਨ ਟੂ ਪ੍ਰੈਕਟਿਸ, ਕਹਿੰਦੇ ਪ੍ਰੈਕਟਿਸ ਦੇ ਵਿੱਚ ਇਹ ਕਿਵੇਂ ਆਏਗਾ ਕਾਨੂੰਨ। ਪ੍ਰੋਹੀਬਿਸ਼ਨ ਆਫ ਲਿਕੁਅਰ ਮੀਨਸ ਬੈਨ ਔਨ ਲਿਕੁਅਰ। ਪ੍ਰੋਹੀਬਿਸ਼ਨ ਆਫ ਲਿਕੁਅਰ ਮੀਨਸ ਕੀ ਹੈ? ਬੈਨ ਔਨ ਲਿਕੁਅਰ ਮੀਨਸ ਸ਼ਰਾਬ 'ਤੇ बैन है। इन आवर कंट्री अप्रोक्सीमेट 25 करोड़ रुपीज़ आर बीइंग स्पेंट ऑन लिक्विड डेली। अपनी कंट्री दे विच किन्ने करोड़ अप्रोक्सीमेट किन्ने करोड़ स्पेंट होंदे ने? 25 करोड़ रुपीज़। इट शुड बी पुट इन टू प्रैक्टिस बाय लॉ। इनू किवें कंट्रोल करिया जा सकता है इन्ने, है ना, कि शराब ते रोक किवें लगाई जा सकती है? अगर आपां एक कानून बना दिए, एक लॉ बना दिए तो इसमें जी डेली शराब से 25 करोड़ रुपये खर्चा जाता है, तो शराब से जोड़ा है कंट्रोल लगाया जा सकता है। ठीक है। आई हो बच्चे तुम एक बार इनू खुद एक बार अच्छी तरह रिवाइज करना है, तो खुद सारे क्वेश्चन में एक बार लिख के देखना, ताकि तुहानू जो फाइनल एग्जाम से कोई प्रॉब्लम ना आए। अज लई इन्ना ही। अगले वीडियो च आपां किसी जो सोशल स्टडी का कोई होर चैप्टर है उन्होंने लेके फिर आप मिलांगे। ठीक है। ओके, थैंक यू।